ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 3 ਮਈ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਮੇਸ਼ਾ ਦੀ ਸਜ਼ਾ। ਸੁਨਹਿਰੀ ਮਤਨ ਇਮਸਾਲ। ਜਿਹੜਾ ਆਪਣੇ ਪਾਪਾਂ ਨੂੰ ਲੁਕਾਉਂਦਾ ਹੈ ਕਾਮਯਾਬ ਨਾ ਹੋਵੇਗਾ, ਪਰ ਜਿਹੜਾ ਉਹਨਾਂ ਦਾ ਇਕਰਾਰ ਕਰਕੇ ਉਹਨਾਂ ਨੂੰ ਛੱਡ ਦਿੰਦਾ ਹੈ ਉਹਦੇ ਉੱਤੇ ਰਹਿਮਤ ਹੋਵੇਗੀ। ਜਵਾਬੀ ਪੜ੍ਹਾਈ। ਜ਼ਬੂਰ। ਐ ਖੁਦਾਵੰਦ, ਮੈਂ ਆਪਣੀ ਜਾਨ ਤੇਰੇ ਵੱਲ ਚੁੱਕਣਾ ਵਾਂ। ਐ ਮੇਰੇ ਰੱਬ, ਮੈਂ ਤੇਰੇ ਉੱਤੇ ਭਰੋਸਾ ਕੀਤਾ, ਮੈਨੂੰ ਸ਼ਰਮਿੰਦਾ ਨਾ ਹੋਣ ਦੇ। ਮੇਰੇ ਦੁਸ਼ਮਣ ਮੇਰੇ ਉੱਤੇ ਖੁਸ਼ ਨਾ ਹੋਣ। ਮੈਨੂੰ ਆਪਣੀ ਸੱਚਾਈ ਉੱਤੇ ਟੋਰ ਤੇ ਤਾਲੀਮ ਦੇ, ਕਿਉਂ ਜੇ ਤੂੰ ਮੇਰਾ ਮੁਕਤੀ ਦੇਣ ਵਾਲਾ ਰੱਬ ਹੈ। ਮੈਂ ਸਾਰਾ ਦਿਨ ਤੇਰੀ ਉਡੀਕ ਵਿੱਚ ਰਹਿੰਦਾ ਵਾਂ। ਖੁਦਾਵੰਦ ਨੇਕ ਤੇ ਰਾਸਤੇ, ਇਸ ਲਈ ਉਹ ਪਾਪੀ ਨੂੰ ਸਿੱਧੀ ਰਾਹ ਦੀ ਤਾਲੀਮ ਦੇਵੇਗਾ। ਐ ਖੁਦਾਵੰਦ, ਆਪਣੇ ਨਾਂ ਦੀ ਖਾਤਰ ਮੇਰੀ ਬਦਕਾਰੀ ਮੁਆਫ਼ ਕਰ ਦੇ, ਕਿਉਂ ਜੇ ਉਹ ਵੱਡੀ ਹੈ। ਮੇਰੇ ਵੱਲ ਧਿਆਨ ਕਰ ਤੇ ਮੇਰੇ ਉੱਤੇ ਰਹਿਮ ਕਰ, ਕਿਉਂ ਜੇ ਮੈਂ ਬੇਕਸ ਤੇ ਮੁਸੀਬਤ ਜ਼ਦਾ ਵਾਂ। ਤੂੰ ਮੇਰੀ ਮੁਸੀਬਤ ਤੇ ਜਾਨ ਫਸ਼ਾਨੀ ਨੂੰ ਵੇਖ ਤੇ ਮੇਰੇ ਸਾਰੇ ਪਾਪ ਮਾਫ਼ ਫਰਮਾ। ਦਰਸੀ ਆਵਾਜ਼ ਬਾਈਬਲ ਵਿੱਚੋਂ ਸੈਮੂਏਲ। ਤੇ ਖੁਦਾਵੰਦ ਨੇ ਦਾਊਦ ਨੂੰ ਨਾਤਨ ਦੇ ਕੋਲ ਘੱਲਿਆ। ਉਹਨੇ ਉਹਦੇ ਕੋਲ ਆ ਕੇ ਆਖਿਆ, ਕਿਸੇ ਸ਼ਹਿਰ ਵਿੱਚ 2 ਬੰਦੇ ਸੀ, ਇੱਕ ਅਮੀਰ ਦੂਜਾ ਗਰੀਬ। ਉਸ ਅਮੀਰ ਦੇ ਕੋਲ ਬਹੁਤ ਸਾਰੇ ਰੇਵੜ ਤੇ ਗੱਲੇ ਸੀ, ਪਰ ਉਸ ਗਰੀਬ ਦੇ ਕੋਲ ਇੱਕ ਭੇਡ ਦੀ ਪੱਠੀ ਦੇ ਇਲਾਵਾ ਕੁਝ ਨਹੀਂ ਸੀ, ਜਿਹਨੂੰ ਉਹਨੇ ਖਰੀਦ ਕੇ ਪਾਲਿਆ ਸੀ ਤੇ ਉਹ ਉਹਦੇ ਤੇ ਉਹਦੇ ਬਾਲ ਬੱਚਿਆਂ ਦੇ ਨਾਲ ਵੱਡੀ ਹੋਈ ਸੀ। ਉਹ ਉਹਦੀ ਹੀ ਰੋਟੀ ਵਿੱਚੋਂ ਖਾਂਦੀ ਤੇ ਉਹਦੇ ਪਿਆਲੇ ਵਿੱਚੋਂ ਪੀਂਦੀ ਤੇ ਉਹਦੀ ਝੋਲੀ ਵਿੱਚ ਸੌਂਦੀ ਸੀ ਤੇ ਉਹਦੇ ਲਈ ਧੀ ਵਾਂਗਰ ਸੀ। ਤੇ ਉਸ ਅਮੀਰ ਵੱਲ ਕੋਈ ਮੁਸਾਫਰ ਆਇਆ। ਇਸ ਲਈ ਉਹਨੇ ਉਸ ਮੁਸਾਫਰ ਲਈ, ਜਿਹੜਾ ਉਹਦੇ ਵੱਲ ਆਇਆ ਸੀ, ਪਕਾਉਣ ਲਈ ਆਪਣੇ ਰੇਵੜ ਤੇ ਗੱਲੇ ਵਿੱਚੋਂ ਕੁਝ ਨਾ ਲਿਆ, ਬਲਕਿ ਉਸ ਗਰੀਬ ਦੀ ਭੇਡ ਲੈ ਲਈ ਤੇ ਇਸ ਬੰਦੇ ਲਈ, ਜਿਹੜਾ ਉਹਦੇ ਵੱਲ ਆਇਆ ਸੀ, ਪਕਾਈ। ਫਿਰ ਦਾਊਦ ਦਾ ਗਜ਼ਬ ਉਸ ਬੰਦੇ ਉੱਤੇ ਬਹੁਤ ਜ਼ਿਆਦਾ ਭੜਕਿਆ ਤੇ ਉਹਨੇ ਨਾਤਨ ਨੂੰ ਆਖਿਆ, ਖੁਦਾਵੰਦ ਦੀ ਹਯਾਤੀ ਦੀ ਕਸਮ, ਭਈ ਉਹ ਬੰਦਾ ਕਤਲ ਦੇ ਲਾਇਕ ਹੈ। ਇਸ ਲਈ ਉਸ ਬੰਦੇ ਨੂੰ ਉਸ ਭੇਡ ਦਾ 4 ਗੁਣਾ ਭਰਨਾ ਪਵੇਗਾ, ਕਿਉਂ ਜੇ ਉਹਨੇ ਅਜਿਹਾ ਕੰਮ ਕੀਤਾ ਤੇ ਉਹਨੂੰ ਤਰਸ ਨਾ ਆਇਆ। ਫਿਰ ਨਾਤਨ ਨੇ ਦਾਊਦ ਨੂੰ ਆਖਿਆ, ਉਹ ਬੰਦਾ ਤੂੰ ਹੀ ਹੈ। ਖੁਦਾਵੰਦ ਇਸਰਾਈਲ ਦਾ ਰੱਬ ਇੰਝ ਆਖਦਾ ਹੈ, ਭਈ ਮੈਂ ਤੈਨੂੰ ਮਸਾ ਕਰਕੇ ਇਸਰਾਈਲ ਦਾ ਬਾਦਸ਼ਾਹ ਬਣਾਇਆ ਤੇ ਮੈਂ ਤੈਨੂੰ ਸਾਊਲ ਦੇ ਹੱਥੋਂ ਛੁਡਾਇਆ ਤੇ ਮੈਂ ਤੇਰੇ ਆਕਾ ਦਾ ਘਰ ਤੈਨੂੰ ਦਿੱਤਾ ਤੇ ਤੇਰੇ ਆਕਾ ਦੀਆਂ ਬੁੱਢੀਆਂ ਤੇਰੀ ਝੋਲੀ ਵਿੱਚ ਕਰ ਦਿੱਤੀਆਂ ਤੇ ਇਸਰਾਈਲ ਤੇ ਯਹੂਦਾ ਦਾ ਘਰਾਨਾ ਤੈਨੂੰ ਦੇ ਦਿੱਤਾ। ਤੇ ਜੇ ਇਹ ਸਾਰਾ ਕੁਝ ਥੋੜਾ ਸੀ, ਮੈਂ ਤੈਨੂੰ ਹੋਰ ਸ਼ੈਵਾਂ ਵੀ ਦੇ ਦਿੰਦਾ। ਇਸ ਲਈ ਤੂੰ ਕਿਉਂ ਖੁਦਾਵੰਦ ਦੀ ਗੱਲ ਦੀ ਤਹਿਕੀਰ ਕਰਕੇ ਉਹਦੇ ਸਾਹਮਣੇ ਬਦੀ ਕੀਤੀ? ਤੂੰ ਹਿੱਤੀ ਊਰੀਆ ਨੂੰ ਤਲਵਾਰ ਨਾਲ ਮਾਰਿਆ ਤੇ ਉਹਦੀ ਬੁੱਢੀ ਲੈ ਲਈ, ਤਾਂ ਜੋ ਉਹ ਤੇਰੀ ਬੁੱਢੀ ਬਣੇ, ਤੇ ਉਹਨੂੰ ਬਨੀ ਅਮੂਨ ਦੀ ਤਲਵਾਰ ਨਾਲ ਕਤਲ ਕਰਵਾਇਆ। ਇਸ ਲਈ ਹੁਣ ਤੇਰੇ ਘਰ ਤੋਂ ਤਲਵਾਰ ਕਦੀ ਵੱਖ ਨਾ ਹੋਵੇਗੀ, ਕਿਉਂ ਜੇ ਤੂੰ ਮੈਨੂੰ ਹਕੀਰ ਜਾਣਿਆ ਤੇ ਹਿੱਤੀ ਊਰੀਆ ਦੀ ਬੁੱਢੀ ਲੈ ਲਈ, ਤਾਂ ਜੋ ਉਹ ਤੇਰੀ ਬੁੱਢੀ ਹੋਵੇ। ਫਿਰ ਦਾਊਦ ਨੇ ਨਾਤਨ ਨੂੰ ਆਖਿਆ, ਮੈਂ ਖੁਦਾਵੰਦ ਦਾ ਪਾਪ ਕੀਤਾ। ਨਾਤਨ ਨੇ ਆਖਿਆ, ਖੁਦਾਵੰਦ ਨੇ ਵੀ ਤੇਰਾ ਪਾਪ ਬਖਸ਼ਿਆ, ਤੂੰ ਮਰੇਂਗਾ ਨਹੀਂ। ਉਹਦੀ ਬੁੱਢੀ ਬੈਤਸਦਾ ਦੇ ਇੱਕ ਪੁੱਤਰ ਹੋਇਆ। ਉਹਨੇ ਉਹਦਾ ਨਾਂ ਸੁਲੇਮਾਨ ਰੱਖਿਆ ਤੇ ਉਹ ਖੁਦਾਵੰਦ ਦਾ ਪਿਆਰਾ ਹੋਇਆ। ਫਿਰ ਦਾਊਦ ਨੇ ਸਾਰੇ ਲੋਕਾਂ ਨੂੰ ਜਮ੍ਹਾਂ ਕੀਤਾ ਤੇ ਰੱਬਾ ਨੂੰ ਗਿਆ ਤੇ ਉਹਦੇ ਨਾਲ ਲੜਿਆ ਤੇ ਉਹਨੂੰ ਲੈ ਲਿਆ। ਤੇ ਉਹਨੇ ਉਹਨਾਂ ਦੇ ਬਾਦਸ਼ਾਹ ਦਾ ਤਾਜ ਉਹਦੇ ਸਿਰ ਤੋਂ ਲਾ ਲਿਆ। ਉਹਦਾ ਵਜ਼ਨ ਸੋਨੇ ਦਾ 1 ਕੰਤਾਰ ਸੀ ਤੇ ਉਹਦੇ ਵਿੱਚ ਹੀਰੇ ਜੜੇ ਹੋਏ ਸੀ। ਇਸ ਲਈ ਉਹ ਦਾਊਦ ਦੇ ਸਿਰ ਉੱਤੇ ਰੱਖਿਆ ਗਿਆ ਤੇ ਉਸ ਸ਼ਹਿਰ ਤੋਂ ਲੁੱਟ ਦਾ ਬਹੁਤ ਸਾਰਾ ਮਾਲ ਕੱਢ ਲਿਆਇਆ। ਜ਼ਬੂਰ। ਐ ਖੁਦਾਵੰਦ, ਆਪਣੀ ਸ਼ਫਕਤ ਦੇ ਮੁਤਾਬਕ ਮੇਰੇ ਉੱਤੇ ਰਹਿਮ ਕਰ। ਆਪਣੀ ਰਹਿਮਤ ਦੀ ਕਸਰਤ ਦੇ ਮੁਤਾਬਕ ਮੇਰੀਆਂ ਖਤਾਵਾਂ ਮਿਟਾ ਦੇ। ਮੇਰੀ ਬੁਰਾਈ ਨੂੰ ਮੈਥੋਂ ਧੋ ਦੇ ਤੇ ਮੇਰੇ ਪਾਪ ਤੋਂ ਮੈਨੂੰ ਪਾਕ ਕਰ, ਕਿਉਂ ਜੇ ਮੈਂ ਆਪਣੀਆਂ ਖਤਾਵਾਂ ਨੂੰ ਮੰਨਦਾ ਵਾਂ ਤੇ ਮੇਰਾ ਪਾਪ ਹਮੇਸ਼ਾ ਮੇਰੇ ਸਾਹਮਣੇ ਹੈ। ਮੈਂ ਸਿਰਫ ਤੇਰਾ ਹੀ ਪਾਪ ਕੀਤਾ ਹੈ ਤੇ ਉਹ ਕੰਮ ਕੀਤਾ ਹੈ ਜਿਹੜਾ ਤੇਰੀ ਨਜ਼ਰ ਵਿੱਚ ਭੈੜਾ ਹੈ, ਤਾਂ ਜੋ ਤੂੰ ਆਪਣੀਆਂ ਗੱਲਾਂ ਵਿੱਚ ਰਾਸਤ ਠਹਿਰੇ ਤੇ ਆਪਣੀ ਅਦਾਲਤ ਵਿੱਚ ਬੇਐਬ ਰਵੇਂ। ਵੇਖ, ਤੂੰ ਬਾਤਨ ਦੀ ਸੱਚਾਈ ਪਸੰਦ ਕਰਦਾ ਹੈ
ਤੇ ਬਾਤਨ ਵਿੱਚ ਹੀ ਮੈਨੂੰ ਅਕਲ ਸਿਖਾਵੇਂਗਾ। ਜ਼ੂਫੇ ਨਾਲ ਮੈਨੂੰ ਸਾਫ਼ ਕਰ ਤੇ ਮੈਂ ਹੋਵਾਂਗਾ, ਮੈਨੂੰ ਧੋ ਤੇ ਮੈਂ ਬਰਫ਼ ਤੋਂ ਬਹੁਤਾ ਚਿੱਟਾ ਹੋਵਾਂਗਾ। ਮੈਨੂੰ ਖੁਸ਼ੀ ਤੇ ਖੁਰਮੀ ਦੀ ਖਬਰ ਸੁਣਾ, ਤਾਂ ਜੋ ਉਹ ਹੱਡੀਆਂ ਜਿਹੜੀਆਂ ਤੂੰ ਤੋੜ ਦਿੱਤੀਆਂ ਨੇ ਸ਼ਾਦਮਾਨ ਹੋਣ। ਮੇਰੇ ਪਾਪਾਂ ਵੱਲੋਂ ਆਪਣਾ ਮੂੰਹ ਫੇਰ ਤੇ ਮੇਰੀਆਂ ਸਾਰੀਆਂ ਬਦਕਾਰੀਆਂ ਮਿਟਾ ਦੇ। ਐ ਰੱਬ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਤੇ ਮੇਰੇ ਅੰਦਰ ਨਵੇਂ ਸਿਰੇ ਤੋਂ ਮੁਸਤਕੀਮ ਰੂਹ ਪਾ ਦੇ। ਆਪਣੀ ਮੁਕਤੀ ਦੀ ਸ਼ਾਦਮਾਨੀ ਮੈਨੂੰ ਫੇਰ ਅਨਾਇਤ ਕਰ ਤੇ ਮੁਸਤਈਦ ਰੂਹ ਨਾਲ ਮੈਨੂੰ ਸੰਭਾਲ। ਲੂਕਾ। ਉਹ ਯਰੀਹੋ ਵਿੱਚ ਵੜ ਕੇ ਜਾ ਰਿਹਾ ਸੀ ਤੇ ਵੇਖੋ ਜ਼ਕਈ ਨਾਂ ਦਾ ਇੱਕ ਬੰਦਾ ਸੀ, ਜਿਹੜਾ ਮਹਿਸੂਲ ਲੈਣ ਵਾਲਿਆਂ ਦਾ ਸਰਦਾਰ ਤੇ ਦੌਲਤਮੰਦ ਸੀ। ਉਹ ਯਿਸੂ ਨੂੰ ਵੇਖਣ ਦੀ ਕੋਸ਼ਿਸ਼ ਕਰਦਾ ਸੀ, ਪਰ ਜੱਥੇ ਦੇ ਪਾਰੋਂ ਵੇਖ ਨਹੀਂ ਸਕਦਾ ਸੀ, ਇਸ ਲਈ ਭਈ ਉਹਦਾ ਕੱਦ ਛੋਟਾ ਸੀ। ਇਸ ਲਈ ਉਹਨੂੰ ਵੇਖਣ ਲਈ ਅੱਗੇ ਨੱਸ ਕੇ ਇੱਕ ਗੋਲਰ ਦੇ ਰੁੱਖ ਉੱਤੇ ਚੜ੍ਹ ਗਿਆ, ਕਿਉਂ ਜੇ ਉਹ ਉਸੇ ਰਾਹ ਤੋਂ ਜਾਣ ਨੂੰ ਸੀ। ਜਦੋਂ ਯਿਸੂ ਉਸ ਥਾਂ ਤੇ ਅਪੜਿਆ ਤੇ ਉੱਤੇ ਨਜ਼ਰ ਕਰਕੇ ਉਹਨੂੰ ਆਖਿਆ, ਐ ਜ਼ਕਈ, ਛੇਤੀ ਉਤਰ ਆ, ਕਿਉਂ ਜੇ ਅੱਜ ਮੈਨੂੰ ਤੇਰੇ ਘਰ ਰਹਿਣਾ ਜ਼ਰੂਰ ਏ। ਉਹ ਛੇਤੀ ਉਤਰ ਕੇ ਖੁਸ਼ੀ ਨਾਲ ਉਹਨੂੰ ਆਪਣੇ ਘਰ ਲੈ ਗਿਆ। ਜਦੋਂ ਲੋਕਾਂ ਨੇ ਇਹ ਵੇਖਿਆ ਤੇ ਸਾਰੇ ਬੁੜਬੁੜਾ ਕੇ ਆਖਣ ਲੱਗੇ, ਇਹ ਤੇ ਇੱਕ ਪਾਪੀ ਬੰਦੇ ਵੱਲ ਜਾ ਉਤਰਿਆ। ਤੇ ਜ਼ਕਈ ਨੇ ਖਲੋ ਕੇ ਖੁਦਾਵੰਦ ਨੂੰ ਆਖਿਆ, ਐ ਖੁਦਾਵੰਦ, ਵੇਖ, ਮੈਂ ਆਪਣਾ ਅੱਧਾ ਮਾਲ ਗਰੀਬਾਂ ਨੂੰ ਦੇਣਾ ਵਾਂ, ਤੇ ਜੇ ਕਿਸੇ ਦਾ ਕੁਝ ਨਾ ਹੱਕ ਲੈ ਲਿਆ ਏ ਤੇ ਉਹਨੂੰ 4 ਗੁਣਾ ਅਦਾ ਕਰ ਦੇਵਾਂ। ਯਿਸੂ ਨੇ ਉਹਨੂੰ ਆਖਿਆ, ਅੱਜ ਇਸ ਘਰ ਵਿੱਚ ਮੁਕਤੀ ਆਈ ਏ, ਇਸ ਲਈ ਵੀ ਇਹ ਵੀ ਇਬਰਾਹਿਮ ਦਾ ਪੁੱਤਰ ਏ, ਕਿਉਂ ਜੇ ਆਦਮ ਦਾ ਪੁੱਤਰ ਗਵਾਚੇ ਹੋਇਆਂ ਨੂੰ ਲੱਭਣ ਤੇ ਮੁਕਤੀ ਦੇਣ ਆਇਆ ਏ। ਤਵਾਰੀਖ। ਫਿਰ ਜੇ ਮੇਰੇ ਲੋਕ ਜਿਹੜੇ ਮੇਰੇ ਨਾਂ ਤੋਂ ਅਖਵਾਉਂਦੇ ਨੇ ਖਾਕਸਾਰ ਬਣ ਕੇ ਦੁਆ ਕਰਨ ਤੇ ਮੇਰੇ ਨਾਂ ਦੇ ਤਾਲਬ ਹੋਣ ਤੇ ਆਪਣੀਆਂ ਬੁਰੀਆਂ ਰਾਵਾਂ ਤੋਂ ਫਿਰਨ, ਤੇ ਮੈਂ ਅਸਮਾਨ ਉੱਤੋਂ ਸੁਣ ਕੇ ਉਹਨਾਂ ਦਾ ਪਾਪ ਮਾਫ਼ ਕਰਾਂਗਾ ਤੇ ਉਹਨਾਂ ਦੇ ਮੁਲਕ ਨੂੰ ਬਹਾਲ ਕਰਾਂਗਾ। ਤਵਾਰੀਖ। ਕਿਉਂ ਜੇ ਖੁਦਾਵੰਦ ਤੁਹਾਡਾ ਰੱਬ ਰਹੀਮੋ ਗਫੂਰ ਏ, ਤੇ ਜੇ ਤੁਸੀਂ ਉਹਦੇ ਵੱਲ ਫਿਰੋ ਤੇ ਉਹ ਤੁਹਾਡੇ ਤੋਂ ਆਪਣਾ ਮੂੰਹ ਫੇਰ ਨਾ ਲਵੇਗਾ। ਯਹੂਦਾ। ਹੁਣ ਜਿਹੜਾ ਤੁਹਾਨੂੰ ਠੋਕਰ ਖਾਣ ਤੋਂ ਬਚਾ ਸਕਦਾ ਏ ਤੇ ਆਪਣੇ ਪੁਰਜਲਾਲ ਹਜ਼ੂਰ ਵਿੱਚ ਕਮਾਲ ਖੁਸ਼ੀ ਦੇ ਨਾਲ ਬੇਅਬ ਕਰਕੇ ਖੜਾ ਕਰ ਸਕਦਾ ਏ, ਉਸ ਇਕੱਲੇ ਰੱਬ ਦਾ ਜਿਹੜਾ ਸਾਡਾ ਮੁਕਤੀ ਦੇਣ ਵਾਲਾ ਏ, ਜਲਾਲ ਤੇ ਅਜ਼ਮਤ ਤੇ ਇਖਤਿਆਰ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਪਾਰੋਂ ਜਿਵੇਂ ਸ਼ੁਰੂ ਤੋਂ ਏ, ਹੁਣ ਵੀ ਹੋਵੇ ਤੇ ਹਮੇਸ਼ਾ ਤੀਕਰ ਰਵੇ। ਆਮੀਨ। ਹੁਣ ਮੈਂ ਮੀਰ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਮੁਹੱਬਤ ਦਾ ਨਮੂਨਾ ਪਾਪੀ ਦੀ ਇਸਲਾਹ ਹੈ। ਕੀ ਤੁਸੀਂ ਪਾਪ ਨੂੰ ਸਜ਼ਾ ਦੇਣ ਲਈ ਨਹੀਂ, ਬਲਕਿ ਰਹੀਮ ਬਣਨ ਲਈ ਸਿਆਣ ਮੰਗਦੇ ਹੋ, ਤੇ ਤੁਸੀਂ ਗਲਤ ਮੰਗਦੇ ਹੋ। ਸਜ਼ਾ ਦੇ ਬਗੈਰ ਪਾਪ ਵਧੇਗਾ। ਯਿਸੂ ਦੀ ਦੁਆ, ਸਾਡੇ ਕਰਜ਼ ਸਾਨੂੰ ਬਖਸ਼, ਇਹਨੇ ਮੁਆਫੀ ਦੀ ਇਸਤਲਾਹ ਦੀ ਵਜ਼ਾਹਤ ਕੀਤੀ ਜਦੋਂ ਜ਼ਨਾਕਾਰ ਔਰਤ ਨੂੰ ਉਹਨੇ ਆਖਿਆ, ਜਾ ਤੇ ਫਿਰ ਪਾਪ ਨਾ ਕਰੀਂ। ਅਸੀਂ ਪਾਪ ਦੀ ਬਰਬਾਦੀ ਤੇ ਉਸ ਰੂਹਾਨੀ ਫਹਿਮ ਵਿੱਚ ਰੱਬ ਦੀ ਮੁਆਫੀ ਨੂੰ ਕਬੂਲ ਕਰਦੇ ਹਾਂ, ਜਿਹੜਾ ਬੁਰਾਈ ਨੂੰ ਗੈਰ ਅਸਲੀਅਤ ਦੇ ਤੌਰ ਤੇ ਬਾਹਰ ਕੱਢਦਾ ਹੈ। ਪਰ ਪਾਪ ਉੱਤੇ ਯਕੀਨ ਉਦੋਂ ਤੀਕਰ ਸਜ਼ਾ ਪਾਉਂਦਾ ਹੈ ਜਦੋਂ ਤੀਕਰ ਇਹ ਯਕੀਨ ਖਤਮ ਨਹੀਂ ਹੋ ਜਾਂਦਾ। ਦੁਆ ਨੂੰ ਪਾਪ ਨੂੰ ਖਤਮ ਕਰਨ ਲਈ ਇਤਰਾਫ ਦੇ ਤੌਰ ਤੇ ਨਹੀਂ ਵਰਤਿਆ ਜਾਣਾ ਚਾਹੀਦਾ। ਅਜਿਹੀ ਗਲਤੀ ਸੱਚੇ ਮਜ਼ਹਬ ਨੂੰ ਰੋਕੇਗੀ। ਪਾਪ ਸਿਰਫ ਉਦੋਂ ਮਾਫ਼ ਹੋਵੇਗਾ ਜਦੋਂ ਇਹਨੂੰ ਮਸੀਹ, ਸੱਚਾਈ ਤੇ ਹਯਾਤੀ ਦੇ ਪਾਰੋਂ ਬਰਬਾਦ ਕੀਤਾ ਜਾਵੇਗਾ। ਜੇ ਦੁਆ ਇਸ ਯਕੀਨ ਨੂੰ ਤਾਕਤ ਬਖਸ਼ਦੀ ਏ ਵੀ ਪਾਪ ਮੁੱਕ ਗਿਆ ਏ, ਤੇ ਇਹ ਵੀ ਇਨਸਾਨ ਸਿਰਫ ਦੁਆ ਕਰਨ ਨਾਲ ਚੰਗਾ ਬਣ ਗਿਆ ਏ, ਤੇ ਦੁਆ ਇੱਕ ਬੁਰਾਈ ਏ। ਉਹ ਬੰਦਾ ਹੋਰ ਬੁਰਾ ਹੁੰਦਾ ਜਾਂਦਾ ਹੈ ਜਿਹੜਾ ਪਾਪ ਨੂੰ ਇਸ ਲਈ ਜਾਰੀ ਰੱਖਦਾ ਹੈ ਕਿਉਂ ਜੇ ਉਹ ਆਪਣੇ ਆਪ ਨੂੰ ਮਾਫ਼ ਕੀਤਾ ਗਿਆ ਖਿਆਲ ਕਰਦਾ ਰਹਿੰਦਾ ਹੈ। ਗਲਤ ਕੰਮ ਤੋਂ ਸ਼ਰਮਿੰਦਗੀ ਇਸਲਾਹ ਵੱਲ ਪਹਿਲਾ ਕਦਮ ਹੈ, ਪਰ ਇਹ ਕਦਮ ਬਹੁਤ ਆਸਾਨ ਹੈ। ਅਕਲ ਦੇ ਪਾਰੋਂ ਜਿਹੜਾ ਅਗਲਾ ਤੇ ਵੱਡਾ ਕਦਮ ਚੁੱਕਣ ਦੀ ਲੋੜ ਹੈ, ਉਹ ਵਫਾਦਾਰੀ ਵਾਲੀ ਅਜ਼ਮਾਇਸ਼ ਹੈ, ਯਾਨੀ ਇਸਲਾਹ। ਆਮ ਇਨਸਾਫ ਵਿੱਚ ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਰੱਬ ਇਨਸਾਨ ਨੂੰ ਉਹਦੇ ਲਈ ਸਜ਼ਾ ਨਹੀਂ ਦੇਵੇਗਾ ਜੋ ਕਰਨ ਦੇ ਕਾਬਲ ਰੱਬ ਨੇ ਇਨਸਾਨ ਨੂੰ ਪੈਦਾ ਕੀਤਾ ਸੀ, ਤੇ ਉਹ ਸ਼ੁਰੂ ਤੋਂ ਜਾਣਦਾ ਸੀ ਭਈ ਇਨਸਾਨ ਇਹ ਕਰੇਗਾ। ਰੱਬ ਦੀਆਂ ਅੱਖੀਆਂ ਅਜਿਹੀਆਂ ਪਾਕ ਨੇ ਭਈ ਉਹ ਬਦੀ ਨੂੰ ਨਹੀਂ ਵੇਖ ਸਕਦੀਆਂ। ਅਸੀਂ ਝੂਠ ਨੂੰ ਕਬੂਲ ਕਰਨ ਨਾਲ ਨਹੀਂ, ਬਲਕਿ ਰੱਦ ਕਰਨ ਨਾਲ ਸੱਚਾਈ ਵਿੱਚ ਕਾਇਮ ਰਹਿੰਦੇ ਹਾਂ।
ਸਿਰਫ ਇਹ ਆਖਣ ਨਾਲ ਵੀ ਅਸੀਂ ਰੱਬ ਨਾਲ ਮੁਹੱਬਤ ਕਰਦੇ ਹਾਂ ਸਾਨੂੰ ਰੱਬ ਨਾਲ ਮੁਹੱਬਤ ਨਹੀਂ ਹੋ ਜਾਵੇਗੀ, ਬਲਕਿ ਚੰਗੇ ਤੇ ਪਾਕਤਰ ਹੋਣ ਦੀ ਖਾਹਿਸ਼ ਨਾਲ ਤੇ ਰੋਜ਼ ਦੀ ਹੁਸ਼ਿਆਰੀ ਤੇ ਇਲਾਹੀ ਕਿਰਦਾਰ ਵਿੱਚ ਹੋਰ ਜਜ਼ਬ ਹੋਣ ਦੀ ਕੋਸ਼ਿਸ਼ ਕਰਨ ਨਾਲ ਅਸੀਂ ਆਪਣੇ ਆਪ ਨੂੰ ਨਵੀਂ ਇਨਸਾਨੀਅਤ ਵਿੱਚ ਤਬਦੀਲ ਕਰਾਂਗੇ ਤੇ ਢਾਲਾਂਗੇ, ਜਦ ਤੀਕਰ ਵੀ ਅਸੀਂ ਉਹਦੀ ਛਵੀ ਵਿੱਚ ਬੇਦਾਰ ਨਹੀਂ ਹੋ ਜਾਂਦੇ। ਮੁਆਫ਼ੀ, ਰੂਹਾਨੀ ਬਪਤਿਸਮਾ ਤੇ ਨਵੀਂ ਪੈਦਾਇਸ਼ ਦੇ ਰਾਹੀਂ ਇਨਸਾਨ ਆਪਣੇ ਲਾਫਾਨੀ ਅਕੀਦਿਆਂ ਤੇ ਝੂਠੀ ਇਨਫਰਾਦੀਅਤ ਨੂੰ ਲਾ ਕੇ ਸੁੱਟ ਦਿੰਦੇ ਨੇ। ਇਹ ਬਸ ਵੇਲੇ ਦੀ ਗੱਲ ਏ ਵੀ ਨਿੱਕੇ ਤੋਂ ਲੈ ਕੇ ਵੱਡੇ ਤੀਕਰ ਸਾਰੇ ਮੈਨੂੰ ਰੱਬ ਨੂੰ ਜਾਣਨਗੇ। ਮਾਦੇ ਦੇ ਦਾਅਵਿਆਂ ਤੋਂ ਇਨਕਾਰ ਖੁਸ਼ੀ ਦੀ ਰੂਹ ਵੱਲ ਇਨਸਾਨ ਦੀ ਆਜ਼ਾਦੀ ਤੇ ਬਦਨ ਉੱਤੇ ਅਖੀਰੀ ਫਤਹ ਵੱਲ ਇੱਕ ਵੱਡਾ ਕਦਮ ਏ। ਅਸਮਾਨ ਉੱਤੇ ਜਾਣ ਦੀ ਇਕੱਲੀ ਰਾਹ ਹਮਆਹੰਗੀ ਏ ਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਹ ਵਿਖਾਉਂਦਾ ਏ। ਇਹਦਾ ਮਤਲਬ ਰੱਬ, ਚੰਗਿਆਈ ਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਹਕੀਕਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਏ ਤੇ ਨਾ ਦੇ ਹੀ ਦਰਦ ਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਏ। ਸ਼ਹਿਵਤ, ਬੁਗਜ਼ ਤੇ ਹਰ ਤਰ੍ਹਾਂ ਦੀ ਬਦੀ ਬਿਮਾਰ ਬੰਦੇ ਦੇ ਅਕੀਦੇ ਨੇ ਤੇ ਤੁਸੀਂ ਇਹਨਾਂ ਨੂੰ ਬਸ ਉਹਨਾਂ ਬਦਕਾਰ ਮਕਸਦਾਂ ਨੂੰ ਮੁਕਾਉਂਦੇ ਹੋਏ ਤਬਾਹ ਕਰ ਸਕਦੇ ਹੋ ਜਿਨ੍ਹਾਂ ਤੋਂ ਇਹ ਜੰਮਦੇ ਨੇ। ਜੇ ਕਿਸੇ ਮੁਆਫ਼ ਕੀਤੀ ਹੋਈ ਇਨਸਾਨੀ ਸਿਆਣ ਵਿੱਚੋਂ ਬਦੀ ਮੁੱਕ ਗਈ ਏ, ਹਾਲਾਂਕਿ ਇਹਦੇ ਅਸਰ ਹਲੇ ਵੀ ਉਸ ਬੰਦੇ ਉੱਤੇ ਹੋਣਗੇ, ਤੇ ਤੁਸੀਂ ਇਸ ਬੇਤਰਤੀਬੀ ਨੂੰ ਮੁਕਾ ਸਕਦੇ ਹੋ ਜਿਵੇਂ ਰੱਬ ਦੀ ਸ਼ਰੀਅਤ ਪੂਰੀ ਹੋ ਜਾਂਦੀ ਏ ਤੇ ਇਸਲਾਹ ਜੁਰਮ ਨੂੰ ਮੁਕਾ ਦਿੰਦੀ ਏ। ਸਿਹਤਮੰਦ ਪਾਪੀ ਸਖਤ ਤਰੀਨ ਪਾਪੀ ਹੁੰਦਾ ਏ। ਇਹ ਅਹਿਸਾਸ ਵੀ ਪਾਪ ਵਿੱਚ ਅਸਲ ਖੁਸ਼ੀ ਨਹੀਂ ਏ। ਕ੍ਰਿਸਚਨ ਸਾਇੰਸ ਦੀ ਇਲਾਹੀਆਤ ਦੇ ਸਾਰਿਆਂ ਤੋਂ ਅਹਿਮ ਨੁਕਤਿਆਂ ਵਿੱਚੋਂ ਇੱਕ ਏ। ਪਾਪ ਦੇ ਇਸ ਨਵੇਂ ਤੇ ਅਸਲ ਮੰਜ਼ਰ ਨੂੰ ਪਾਪੀ ਦੇ ਸਾਹਮਣੇ ਲਿਆਓ, ਉਹਦੇ ਉੱਤੇ ਜ਼ਾਹਿਰ ਕਰੋ ਵੀ ਪਾਪ ਕੋਈ ਸਕੂਨ ਨਹੀਂ ਦਿੰਦਾ, ਤੇ ਇਹ ਇਲਮ ਉਹਦੀ ਇਖਲਾਕੀ ਹਿੰਮਤ ਨੂੰ ਮਜ਼ਬੂਤ ਕਰਦਾ ਏ ਤੇ ਬੁਰਾਈ ਉੱਤੇ ਜਿੱਤ ਹਾਸਲ ਕਰਨ ਤੇ ਚੰਗਿਆਈ ਨਾਲ ਮੁਹੱਬਤ ਕਰਨ ਦੀ ਉਹਦੀ ਕਾਬਲੀਅਤ ਨੂੰ ਵਧਾ ਦਿੰਦਾ ਏ। ਬਿਮਾਰ ਨੂੰ ਸ਼ਿਫਾ ਦੇਣਾ ਤੇ ਪਾਪੀ ਦੀ ਇਸਲਾਹ ਕਰਨਾ ਕ੍ਰਿਸਚਨ ਸਾਇੰਸ ਵਿੱਚ ਇੱਕ ਹੀ ਗੱਲ ਏ। ਦੋਵੇਂ ਸ਼ਿਫਾਵਾਂ ਲਈ ਇੱਕ ਹੀ ਤਰੀਕੇ ਦੀ ਲੋੜ ਹੁੰਦੀ ਏ ਤੇ ਦੋਵੇਂ ਸੱਚਾਈ ਵਿੱਚ ਗੈਰ ਮੁਨਫਿਕ ਨੇ। ਨਫ਼ਰਤ, ਹਸਦ, ਬੇਈਮਾਨੀ, ਡਰ ਤੇ ਅਜਿਹੀਆਂ ਦੂਜੀਆਂ ਸ਼ੈਵਾਂ ਇਨਸਾਨ ਨੂੰ ਬਿਮਾਰ ਬਣਾਉਂਦੀਆਂ ਨੇ, ਤੇ ਜਦੋਂ ਤੀਕਰ ਇਹ ਬਦਨ ਵਿੱਚ ਜ਼ਿਹਨੀ ਤੌਰ ਤੇ ਆਪਣੇ ਆਪ ਨੂੰ ਚੰਗਾ ਨਹੀਂ ਬਣਾਉਂਦਾ, ਨਾ ਮਾਦੀ ਦਵਾਈਆਂ ਨਾ ਹੀ ਸਿਆਣ ਮੁਸਤਕਿਲ ਤੌਰ ਤੇ ਉਹਦੀ ਮਦਦ ਕਰ ਸਕਦੀ ਏ ਤੇ ਇੰਜ ਉਹਨੂੰ ਉਹਦੇ ਬਰਬਾਦ ਕਰਨ ਵਾਲਿਆਂ ਤੋਂ ਮਹਿਫੂਜ਼ ਰੱਖਦੀ ਏ। ਬੁਨਿਆਦੀ ਗਲਤੀ ਫਾਨੀ ਸਿਆਣ ਏ। ਨਫ਼ਰਤ ਜ਼ਾਲਮਾਨਾ ਖਾਹਿਸ਼ਾਂ ਨੂੰ ਭੜਕਾਉਂਦੀ ਏ। ਬੁਰੇ ਇਰਾਦੇ ਤੇ ਮਕਸਦ ਕਿਸੇ ਵੀ ਅਜਿਹੇ ਇਨਸਾਨ ਨੂੰ ਜਿਹੜਾ ਨੀਚ ਕਿਸਮ ਦੀ ਜਵਾਨਮਰਦੀ ਤੋਂ ਉੱਤੇ ਹੋਵੇ, ਇੱਕ ਮੁਸੀਬਤ ਜ਼ਦਾ ਮਾਯੂਸ ਇਨਸਾਨ ਬਣਾਉਂਦੇ ਨੇ। ਕ੍ਰਿਸਚਨ ਸਾਇੰਸ ਇਨਸਾਨ ਨੂੰ ਖਾਹਿਸ਼ਾਂ ਦਾ ਮਾਲਕ ਬਣਨ, ਸ਼ਫਕਤ ਦੇ ਨਾਲ ਨਫ਼ਰਤ ਨੂੰ ਇੱਕ ਤਾਤੁਲ ਵਿੱਚ ਰੋਕਣ, ਪਾਕੀਜ਼ਗੀ ਦੇ ਨਾਲ ਸ਼ਹਿਵਤ ਉੱਤੇ, ਖੈਰਾਤ ਦੇ ਨਾਲ ਬਦਲੇ ਉੱਤੇ ਫਤਹ ਪਾਉਣ ਤੇ ਇਮਾਨਦਾਰੀ ਦੇ ਨਾਲ ਫਰੇਬ ਉੱਤੇ ਕਾਬੂ ਪਾਉਣ ਦਾ ਹੁਕਮ ਦਿੰਦੀ ਏ। ਜੇ ਤੁਸੀਂ ਸਿਹਤ, ਖੁਸ਼ੀ ਤੇ ਕਾਮਯਾਬੀ ਦੇ ਖਿਲਾਫ ਸਾਜ਼ਿਸ਼ੀਆਂ ਦੀ ਇੱਕ ਫੌਜ ਨਹੀਂ ਲਿਆਉਣਾ ਚਾਹੁੰਦੇ, ਤੇ ਇਹਨਾਂ ਗਲਤੀਆਂ ਨੂੰ ਸ਼ੁਰੂ ਵਾਲੇ ਮਰਹਲਿਆਂ ਵਿੱਚ ਹੀ ਜ਼ਾਇਆ ਕਰ ਦਿਓ। ਇਹ ਤੁਹਾਨੂੰ ਗਲਤੀ ਦੇ ਖਿਲਾਫ ਸੱਚੇ ਮੁਨਸਫ ਸਾਲਸੀ ਦੇ ਕੋਲ ਲਿਆਉਣਗੇ। ਮੁਨਸਫ ਤੁਹਾਨੂੰ ਇਨਸਾਫ ਤੀਕਰ ਲੈ ਜਾਵੇਗਾ ਤੇ ਇਖਲਾਕੀ ਕਾਨੂੰਨ ਦੀ ਸਜ਼ਾ ਫਾਨੀ ਸਿਆਣ ਤੇ ਬਦਨ ਉੱਤੇ ਸਾਦਰ ਕੀਤੀ ਜਾਵੇਗੀ। ਉਦੋਂ ਤੀਕਰ ਦੋਵਾਂ ਨੂੰ ਹੱਥਕੜੀ ਲਾ ਦਿੱਤੀ ਜਾਵੇਗੀ ਜਦੋਂ ਤੀਕਰ ਦੂਜੀ ਅਦਾਇਗੀ ਨਹੀਂ ਹੋਵੇਗੀ, ਜਦੋਂ ਤੀਕਰ ਰੱਬ ਦੇ ਨਾਲ ਤੁਹਾਡਾ ਅਕਾਊਂਟ ਬਰਾਬਰ ਨਹੀਂ ਹੋਵੇਗਾ। ਬੰਦਾ ਜੋ ਕੁਝ ਬੀਜਦਾ ਏ ਉਹ ਹੀ ਵੱਢੇਗਾ। ਨੇਕ ਇਨਸਾਨ ਅਖੀਰੀ ਪਾਪ ਉੱਤੇ ਫਤਹ ਪਾਵੇਗਾ। ਇਹ ਪਾਪ ਦੀ ਲੋੜ ਏ ਭਈ ਇਹ ਆਪਣੇ ਆਪ ਨੂੰ ਬਰਬਾਦ ਕਰੇ। ਲਾਫਾਨੀ ਇਨਸਾਨ ਰੱਬ, ਚੰਗਿਆਈ ਦੀ ਹੁਕਮਰਾਨੀ ਜ਼ਾਹਿਰ ਕਰਦਾ ਏ ਜਿਹਦੇ ਮੁਕਾਬਲੇ ਪਾਪ ਵਿੱਚ ਕੋਈ ਤਾਕਤ ਨਹੀਂ ਏ। ਇੱਕ ਪਾਪੀ ਨੂੰ ਇਸ ਅਸਲੀਅਤ ਤੋਂ ਹੌਸਲਾ ਨਹੀਂ ਮਿਲ ਸਕਦਾ ਭਈ ਸਾਇੰਸ ਬੁਰਾਈ ਦੀ ਗੈਰ ਅਸਲੀਅਤ ਨੂੰ ਜ਼ਾਹਿਰ ਕਰਦੀ ਏ, ਕਿਉਂ ਜੇ ਪਾਪੀ ਬੁਰਾਈ ਦੀ ਅਸਲੀਅਤ ਨੂੰ ਸੰਵਾਰਦਾ ਏ, ਉਸ ਸ਼ੈ ਨੂੰ ਅਸਲੀ ਬਣਾਉਂਦਾ ਏ ਜਿਹੜੀ ਅਸਲੀ ਨਹੀਂ ਏ, ਤੇ ਇੰਜ ਕਹਿਰ ਦੇ ਦਿਨ ਲਈ ਗਜ਼ਬ ਇਕੱਠਾ ਕਰਦਾ ਏ। ਉਹ ਆਪਣੇ ਖਿਲਾਫ ਇੱਕ ਹੌਲਨਾਕ ਗੈਰ ਅਸਲੀਅਤ ਵਿੱਚ ਜਾਗਣ ਦੇ ਖਿਲਾਫ ਸਾਜ਼ਿਸ਼ ਵਿੱਚ ਰਲ ਜਾਂਦਾ ਏ ਜਿਹਦੇ ਨਾਲ ਉਹ ਧੋਖਾ ਖਾਂਦਾ ਏ। ਬਸ ਉਹ ਲੋਕ ਜਿਹੜੇ ਪਾਪ ਤੋਂ ਤੌਬਾ ਕਰਦੇ ਤੇ ਗੈਰ ਅਸਲੀਅਤ ਨੂੰ ਤਰਕ ਕਰਦੇ ਨੇ, ਉਹ ਹੀ ਬੁਰਾਈ ਦੀ ਗੈਰ ਅਸਲੀਅਤ ਨੂੰ ਪੂਰੇ ਤੌਰ ਤੇ ਸਮਝ ਸਕਦੇ ਨੇ। ਰੱਬ ਮੁਹੱਬਤ ਏ। ਇਹ ਫਰਜ਼ ਕਰਨਾ ਭਈ ਜਿਵੇਂ ਰੱਬ ਦਾ ਰਹਿਮ ਮਤਲੂਬ ਜਾਂ ਗੈਰ ਮਤਲੂਬ ਹੁੰਦਾ ਏ, ਉਹਦੇ ਮੁਤਾਬਕ ਹੀ ਰੱਬ ਪਾਪ ਨੂੰ ਮਾਫ਼ ਕਰਦਾ ਏ ਜਾਂ ਸਜ਼ਾ ਦਿੰਦਾ ਏ, ਇਹ ਪਿਆਰ ਦੀ ਗਲਤ ਸਮਝ ਏ ਤੇ ਇਹ ਆਪਣੇ ਗਲਤ ਅਮਲਾਂ ਲਈ ਦੁਆ ਨੂੰ ਹਿਫਾਜ਼ਤੀ ਦਰ ਬਣਾਉਣ ਦੇ ਬਰਾਬਰ ਏ। ਹਮੇਸ਼ਾ ਚੰਗੇ ਬਣੇ ਰਹਿਣ ਦੀ ਆਦੀ ਕੋਸ਼ਿਸ਼ ਦੁਆ ਏ।
ਉਹਦੇ ਮਕਸਦ ਉਹਨਾਂ ਬਰਕਤਾਂ ਤੋਂ ਜ਼ਾਹਿਰ ਹੁੰਦੇ ਨੇ ਜਿਹੜੀਆਂ ਇਹ ਲਿਆਉਂਦੀ ਏ। ਉਹ ਬਰਕਤਾਂ ਜਿਨ੍ਹਾਂ ਨੂੰ ਜੇ ਨਾਕਾਬਲੇ ਸਮਾਤ ਲਫ਼ਜ਼ਾਂ ਵਿੱਚ ਵੀ ਨਾ ਸੁਣਿਆ ਜਾਵੇ ਤੇ ਮੁਹੱਬਤ ਦੇ ਨਾਲ ਹਿੱਸਾਦਾਰ ਬਣਨ ਲਈ ਸਾਡੀ ਕਾਬਲੀਅਤ ਦੀ ਤਸਦੀਕ ਕਰਦੀਆਂ ਨੇ। ਇਲਾਹੀ ਮੁਹੱਬਤ ਇਨਸਾਨ ਦੀ ਇਸਲਾਹ ਕਰਦੀ ਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਏ। ਇਨਸਾਨ ਮੁਆਫੀ ਮੰਗ ਸਕਦੇ ਨੇ, ਪਰ ਸਿਰਫ ਇਲਾਹੀ ਅਸੂਲ ਹੀ ਪਾਪੀ ਦੀ ਇਸਲਾਹ ਕਰਦਾ ਹੈ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।